सत श्री अकाल। मैं हाँ जसवीर ते टीवी पंजाब दे खबरां दे इस बुलेटिन च तुहाडा स्वागत है। सब तो पहला एक नज़र पाउने हां अज दीआं खास खबरां ते। बिहार चोणां दे नतीजिਆਂ ਦੇ रुझानां च ਵੱਡਾ फेरबदल। नीतीश कुमार ਦੀ मजबूती नाल हो सकती है वापसी। महागठजोड़ ते एनडीए च करड़ी टक्कर। कैप्टन ने ठुकराई केंद्र की शर्त। कैप्टन मुताबक माल गड्डियां दे नाल यात्री ट्रेनां चलाउण दा बहाना तर्कहीन। कैप्टन ने भाजपा ते लगाए मसले नूं उलझाउण दे आरोप। यात्री ट्रेनां नूं रस्ता देण लई तैयार नहीं किसान जथेबंदियां। केंद्र दे गलबात दे सद्दे ते दिल्ली जाण उत्ते भी रखी शर्त। किसानां मुताबक खेती कानून वापस करन दा भरोसा मिलण उत्ते ही गलबात दा हो सकदा है फायदा। श्रोमणी गुरुद्वारा प्रबंधक कमेटी दीआं चोणां च बादल धड़े नूं मिलेगी तगड़ी चुनौती। ढींडसा ते ब्रह्मपुरा ने इकट्ठे चोण लड़न लई मिलाया हत्थ। बादलां नूं कमेटी तो बाहर कड्ढण दी जताई उम्मीद। ਅਤੇ कोरोना संकट दौरान सिखां ਵੱਲੋਂ ਕੀਤੀ ਮਨੁੱਖਤਾ ਦੀ ਸੇਵਾ ਲਈ ਆਸਟ੍ਰੇਲੀਆ ਨੇ ਕੀਤੀ ਪ੍ਰਸ਼ੰਸਾ। ਭਾਰਤ 'ਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਬੈਰੀਓ ਫੈਰਲ ਨੇ ਕਿਹਾ ਸਿੱਖਾਂ ਵੱਲੋਂ ਕੀਤੀ ਗਈ ਸੇਵਾ ਦੀ ਜਿੰਨੀ ਵਡਿਆਈ ਕੀਤੀ ਜਾਵੇ ਥੋੜ੍ਹੀ ਏ। ਤੇ ਹੁਣ ਖਬਰਾਂ ਦਾ ਵਿਸਥਾਰ। 3 ਪੜਾਅ 'ਚ ਹੋਈ ਬਿਹਾਰ ਵਿਧਾਨ ਸਭਾ ਚੋਣ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਐਗਜ਼ਿਟ ਪੋਲ 'ਚ ਤਾਂ ਮਹਾਗਠਜੋੜ ਦੀ ਇੱਕ ਤਰਫਾ ਜਿੱਤ ਦਿਖਾਈ ਗਈ ਸੀ। ਸਵੇਰੇ ਜਦੋਂ ਰੁਝਾਨ ਆਉਣੇ ਸ਼ੁਰੂ ਹੋਏ ਤਾਂ ਚੋਣ ਸਰਵੇਖਣ ਸੱਚ ਹੁੰਦੇ ਨਜ਼ਰ ਆਏ, ਪਰ ਹੌਲੀ-ਹੌਲੀ ਐਨਡੀਏ ਵਾਪਸੀ ਕਰਨ 'ਚ ਸਫਲ ਰਿਹਾ। ਫਿਲਹਾਲ ਮੋਦੀ ਤੇ ਨੀਤੀਸ਼ ਕੁਮਾਰ ਦਾ ਗੱਠਜੋੜ ਅੱਗੇ ਹੈ ਤੇ ਸਰਕਾਰ ਬਣਾਉਣ ਦੇ ਨੇੜੇ ਵੀ ਨਜ਼ਰ ਆ ਰਿਹਾ ਹੈ। ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸੁਸਤੀ ਨਾਲ ਹੋਣ ਦੀਆਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਵਧੇਰੇ ਈਵੀਐਮ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਵੋਟਾਂ ਦੀ ਗਿਣਤੀ ਕਰਨ ਵਿੱਚ ਸਮਾਂ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਾਰ ਡਾਕ ਬੈਲਟ ਵੀ ਵੱਡੀ ਗਿਣਤੀ 'ਚ ਹੋਈ ਹੈ, ਜਿਸ ਦੀ ਗਿਣਤੀ ਕਰਨ 'ਚ ਸਮਾਂ ਲੱਗ ਸਕਦਾ ਹੈ। ਕਮਿਸ਼ਨ ਨੇ ਕਿਹਾ ਕਿ ਬਿਹਾਰ 'ਚ ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਚੱਲੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ ਮਾਲ ਗੱਡੀਆਂ ਦੇ ਨਾਲ ਹੀ ਯਾਤਰੀ ਟ੍ਰੇਨਾਂ ਚਲਾਉਣ ਦੀ ਸ਼ਰਤ ਠੁਕਰਾ ਦਿੱਤੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਰੱਖਣ ਲਈ ਘੜਿਆ ਗਿਆ ਨਵਾਂ ਬਹਾਨਾ ਤਰਕਹੀਣ ਹੈ। ਉਹਨਾਂ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਨੂੰ ਮੁਸਾਫਰ ਗੱਡੀਆਂ ਨਾਲ ਜੋੜਨਾ ਮਹਿਜ਼ ਬਹਾਨਾ ਹੈ। ਕੈਪਟਨ ਨੇ ਕਿਹਾ ਕਿ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਨੂੰ ਜੇਕਰ ਇਸੇ ਤਰੀਕੇ ਨਾਲ ਜ਼ਰੂਰੀ ਵਸਤਾਂ ਤੋਂ ਵਾਂਝਾ ਰੱਖਿਆ ਗਿਆ ਤਾਂ ਹਾਲਾਤ ਗੰਭੀਰ ਬਣ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਨੂੰ ਰੇਲ ਮਾਰਗਾਂ ਤੋਂ ਮੁਕੰਮਲ ਰੋਕਾਂ ਹਟਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਭਾਜਪਾ ਇਸ ਮੁੱਦੇ ਤੇ ਕੇਂਦਰ ਨੂੰ ਥਾਪੜਾ ਦੇ ਕੇ ਕਿਸਾਨ ਰੋਹ ਨੂੰ ਹਵਾ ਦੇਣ ਦਾ ਕੰਮ ਕਰ ਰਹੀ ਹੈ। ਪੰਜਾਬ ਵਿੱਚ ਟ੍ਰੇਨਾਂ ਦੀ ਆਵਾਜਾਈ ਵਿੱਚ ਵਿਘਨ ਪਾਉਣ ਲਈ ਪੰਜਾਬ ਸਰਕਾਰ ਨੇ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਰੱਖਣ ਲਈ ਘੜਿਆ ਗਿਆ ਨਵਾਂ ਬਹਾਨਾ ਤਰਕਹੀਣ ਹੈ। ਉਹਨਾਂ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਨੂੰ ਮੁਸਾਫਰ ਗੱਡੀਆਂ ਨਾਲ ਜੋੜਨਾ ਮਹਿਜ਼ ਬਹਾਨਾ ਹੈ। ਕੈਪਟਨ ਮੁਤਾਬਕ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਨੂੰ ਜੇਕਰ ਇਸ ਤਰੀਕੇ ਨਾਲ ਜ਼ਰੂਰੀ ਵਸਤਾਂ ਤੋਂ ਵਾਂਝਾ ਰੱਖਿਆ ਗਿਆ ਤਾਂ ਹਾਲਾਤ ਗੰਭੀਰ ਬਣ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਕਿਸਾਨ ਯੂਨੀਅਨ ਨੂੰ ਰੇਲ ਮਾਰਗਾਂ ਤੋਂ ਮੁਕੰਮਲ ਰੋਕਾਂ ਹਟਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਲਈ ਸਾਰੇ ਟਰੈਕ ਖਾਲੀ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਸੁਰੱਖਿਆ ਲਈ ਨਿੱਜੀ ਤੌਰ ਉੱਤੇ ਗਾਰੰਟੀ ਦੇਣ ਅਤੇ ਇੱਥੋਂ ਤੱਕ ਕਿ ਜੀਆਰਪੀ ਰੇਲਵੇ ਦੀ ਸੁਰੱਖਿਆ ਲਈ ਹੋਣ ਦੇ ਬਾਵਜੂਦ ਰੇਲਵੇ ਵੱਲੋਂ ਪੰਜਾਬ ਵਿੱਚ ਰੇਲ ਸੇਵਾਵਾਂ ਮੁਅੱਤਲ ਕਰਨ ਲਈ ਇੱਕ ਤੋਂ ਇੱਕ ਬਹਾਨਾ ਕਿਉਂ ਘੜਿਆ ਜਾ ਰਿਹਾ ਹੈ। ਕੈਪਟਨ ਅਨੁਸਾਰ ਭਾਜਪਾ ਰੇਲਵੇ ਦੇ ਇਸ ਫੈਸਲੇ ਦੀ ਹਮਾਇਤ ਕਰਕੇ ਕਿਸਾਨਾਂ ਦੇ ਰੋਹ ਨੂੰ ਹੋਰ ਭੜਕਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੇ ਆਮ ਲੋਕਾਂ ਪ੍ਰਤੀ ਭਾਜਪਾ ਨਾਲੋਂ ਵੱਧ ਸੰਜੀਦਗੀ ਦਿਖਾਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਕੇਂਦਰ ਦੀ ਬਾਂਹ ਮਰੋੜਨ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਲੀਡਰਸ਼ਿਪ ਹੀ ਹੈ ਜਿਹੜੀ ਇਸ ਮਾਮਲੇ ਉੱਤੇ ਪੰਜਾਬ ਵਿਰੋਧੀ ਪੈਂਤੜਿਆਂ ਨਾਲ ਕਿਸਾਨਾਂ ਨੂੰ ਭੜਕਾ ਰਹੀ ਹੈ। ਉਹਨਾਂ ਕਿਹਾ ਕਿ ਰੇਲਵੇ ਨੂੰ ਸਵਾਲ ਕਰਨ ਅਤੇ ਕੇਂਦਰ ਤੋਂ ਮਾਲ ਗੱਡੀਆਂ ਚਲਾਉਣ ਦੀ ਮੰਗ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨ ਦੀ ਥਾਂ ਭਾਜਪਾ ਆਗੂ ਪੰਜਾਬ ਅਤੇ ਗਵਾਂਢੀ ਸੂਬਿਆਂ ਦੇ ਲੋਕਾਂ ਦੇ ਭਲੇ ਦੀ ਕੀਮਤ ਉੱਤੇ ਨਿਰੰਤਰ ਸੋੜੀ ਸਿਆਸਤ ਕਰ ਰਹੇ ਨੇ। ਉਹਨਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ਭਾਜਪਾ ਨੂੰ ਲੱਦਾਖ ਅਤੇ ਕਸ਼ਮੀਰ ਵਿੱਚ ਤਾਇਨਾਤ ਸਾਡੇ ਫੌਜੀਆਂ ਦੀ ਵੀ ਫਿਕਰ ਨਹੀਂ ਹੈ, ਜਿਹੜੇ ਬਰਫ਼ਬਾਰੀ ਦੇ ਸੀਜ਼ਨ ਤੋਂ ਪਹਿਲਾਂ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ। ਦੇਰ ਸ਼ਾਮ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵੱਲੋਂ ਉਹਨਾਂ ਨੂੰ ਦਿੱਤੇ ਗੱਲਬਾਤ ਦੇ ਸੱਦੇ ਨੂੰ ਧਿਆਨ ਵਿੱਚ ਰੱਖਣ ਦੇ ਨਾਲ-ਨਾਲ ਫੌਜੀਆਂ ਸਮੇਤ ਲੱਖਾਂ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਵੀ ਗੌਰ ਕਰਨ। ਉਹਨਾਂ ਕਿਹਾ ਕਿ ਰੇਲ ਰੋਕਾਂ ਹਟਾਉਣ ਨਾਲ ਵੱਖ-ਵੱਖ ਥਾਈਂ ਫਸੇ ਫੌਜੀਆਂ ਅਤੇ
ਹੋਰਾਂ ਨੂੰ ਆਪਣੇ ਪਰਿਵਾਰਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਣ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੇ ਅੰਦੋਲਨ ਤੋਂ ਪਿੱਛੇ ਹਟ ਕੇ ਇਸ ਮਸਲੇ ਦੇ ਹੱਲ ਹੋਣ ਦੀ ਭਾਵਨਾ ਨਾਲ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਮਾਲ ਗੱਡੀਆਂ ਦੇ ਨਾਲ ਹੀ ਯਾਤਰੀ ਗੱਡੀਆਂ ਲਈ ਵੀ ਰਾਸਤਾ ਦੇਣ, ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਕੈਪਟਨ ਕੇਂਦਰ ਦੀ ਬੋਲੀ ਬੋਲ ਰਹੇ ਨੇ। ਹੁਣ ਜਦ ਕਿਸਾਨਾਂ ਨੇ ਰੇਲ ਟਰੈਕ ਖਾਲੀ ਕਰ ਦਿੱਤੇ ਨੇ ਤਾਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਲਿਖਤੀ ਤੌਰ ਤੇ ਸੁਰੱਖਿਆ ਮੁਹੱਈਆ ਕਰਵਾਉਣ ਦਾ ਭਰੋਸਾ ਦੇਣਾ ਚਾਹੀਦਾ ਹੈ। ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਜਿੰਨੀ ਦੇਰ ਤੱਕ ਨਵੇਂ ਖੇਤੀ ਕਾਨੂੰਨ ਵਾਪਸ नहीं होंगे, पंजाब 'ਚ यात्री ट्रेनां नहीं चलन दित्तियां जाणगियां। जब कैप्टन अमरिंदर से केंद्र सरकार पूछती है भी भाई आप लिख के दीजिए, जो पंजाब के चीफ सेक्रेटरी ने लिख के दे, भी हम NOC दे रहे हैं, भी कोई समस्या नहीं आने देंगे, तो पंजाब सरकार ये बोलती है कि आपने अन्य राज्यों से कैसे लिख के लिया, तो तब दलीलें देते हैं भाई लिख के देने को कोई भी तैयार नहीं है, हम जिम्मेवारी ले रहे हैं भी मालगाड़ियों की। तो हम जब ये दलील दे रहे हैं भी भाई हमने मालगाड़ियों के लिए आपको खोल दिया है, तो आप हमारे साथ वितकरा क्यों कर रहे हैं? अब मालगाड़ियों का पैसेंजर गाड़ी से क्या वाह वास्ता है? तो उसके साथ जो केंद्र के साथ हाँ में हाँ मिला रहे हैं कैप्टन अमरिंदर सिंह। तो लगातार हमने पहले भी बोला था भी जो किरदार है किसी भी जो देश के हुक्मरान रहे हैं, जो नीतियां आज मोदी जी लागू कर रहे हैं, तो वो उसमें कांग्रेस भी बराबर की भागीदार रही है। मालगाड़ियों को चलने का हमने दिया हुआ है, अभी मालगाड़ियां पास करके जो पंजाब के बड़े हित हैं उसके लिए ये हमने चलाने की इजाज़त दी है, तो वो वही की तरह रहेगा। तो दूसरा, अगर सभी गाड़ियां चला दीजिए, अब केंद्र को कहिए भी 3 कानून वापस ले लें, तो हम सभी गाड़ियां चलने देंगे। सो तब तक जो निर्णय किया है वो निर्णय अभी ज्यों का त्यों रहेगा। ਕੇਂਦਰ ਵੱਲੋਂ ਮਿਲੇ ਸੱਦੇ ਤੇ ਕਿਸਾਨ ਜਥੇਬੰਦੀਆਂ 13 ਨਵੰਬਰ ਨੂੰ ਦਿੱਲੀ ਜਾਣ ਲਈ ਤਿਆਰ ਨੇ, ਪਰ ਇਸ ਤੋਂ ਪਹਿਲਾਂ ਉਹਨਾਂ ਕੇਂਦਰ ਸਰਕਾਰ ਨੂੰ ਕੁਝ ਸ਼ੰਕੇ ਦੂਰ ਕਰਨ ਲਈ ਕਿਹਾ ਹੈ। ਕਿਸਾਨ ਆਗੂਆਂ ਮੁਤਾਬਕ ਉਹ ਸਰਕਾਰ ਵੱਲੋਂ ਲਿਖਤੀ ਸੱਦਾ ਮਿਲਣ ਤੋਂ ਬਾਅਦ ਹੀ ਦਿੱਲੀ ਜਾਣਗੇ। ਇਸ ਦੇ ਨਾਲ ਹੀ ਸਰਕਾਰ ਨੂੰ ਇਹ ਭਰੋਸਾ ਵੀ ਦੇਣਾ ਹੋਵੇਗਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਹੈ। ਬਰਨਾਲਾ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੁੰਦੀ, ਸਿਰਫ ਗੱਲਬਾਤ ਕਰਨ ਨਾਲ ਹੀ ਕੋਈ ਨਤੀਜਾ ਨਹੀਂ ਨਿਕਲੇਗਾ। 13 ਨਵੰਬਰ ਨੂੰ ਕੇਂਦਰ ਸਰਕਾਰ ਨੇ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ, ਪਰ ਇਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਸਾਹਮਣੇ ਸ਼ਰਤ ਰੱਖ ਦਿੱਤੀ ਹੈ। ਬਰਨਾਲਾ ਰੇਲਵੇ ਸਟੇਸ਼ਨ ਦੇ ਬਾਹਰ ਰੋਸ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਖਤੀ ਸੱਦਾ ਮਿਲਣ ਉੱਤੇ ਹੀ ਉਹ ਮੀਟਿੰਗ ਲਈ ਦਿੱਲੀ ਜਾਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਭਰੋਸਾ ਦੇਵੇ। ਕਿਸਾਨ ਆਗੂਆਂ ਮੁਤਾਬਕ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਫਾਇਦਾ ਤਾਂ ਹੀ ਹੈ ਜੇਕਰ ਉਹ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਹੋਣ। ਮੀਟਿੰਗ ਵਿੱਚ ਕੇਂਦਰ ਸਰਕਾਰ ਨੂੰ 3 ਖੇਤੀ ਕਾਨੂੰਨ ਨੂੰ ਰੱਦ ਕਰਨ ਉੱਤੇ ਸਹਿਮਤੀ ਦੇਣੀ ਹੋਵੇਗੀ, ਨਹੀਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਕਿਸਾਨ ਆਗੂਆਂ ਨੇ ਇਹ ਗੱਲ ਵੀ ਸਪਸ਼ਟ ਕਰ ਦਿੱਤੀ ਹੈ ਕਿ ਖੇਤੀ ਕਾਨੂੰਨ ਵਾਪਸ ਨਾ ਹੋਣ ਦੀ ਸੂਰਤ ਵਿੱਚ ਯਾਤਰੀ ਟ੍ਰੇਨਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਅਸੀਂ ਇਹਨੂੰ ਇਹ ਦੇਖਦੇ ਹਾਂ ਵੀ ਪਹਿਲਾਂ ਉਹਨਾਂ ਨੇ ਦਿੱਲੀ ਸੱਦੇ, ਉਹ ਆ ਪੰਜਾਬ 'ਚ ਆ ਕੇ ਪ੍ਰਚਾਰ ਕਰਨ ਵਾਸਤੇ। ਜੇ ਨੀਤ ਤੇ ਨੀਤੀ ਉਹਨਾਂ ਦੀ ਸਾਫ਼ ਹੈ, ਬੈਠ ਕੇ ਗੱਲ ਕਰਨੀ ਚਾਹੀਦੀ ਹੈ, ਟੇਬਲ ਤੇ ਬੈਠੇ ਬਿਨਾਂ ਦਾ ਕੋਈ ਹੱਲ ਨਹੀਂ। ਜੇ ਉਹ ਦਿਲੋਂ ਸਾਫ਼ ਹੈ ਤਾਂ ਉਹ ਲਿਖਤੀ ਰੂਪ ਦੇ ਵਿੱਚ ਗੱਲ ਕਰਨ। ਉਹ ਕਿਤੇ ਪਲੇਨ ਨਾਲ ਕਿਤੇ ਗਿਆਨੀ ਨੂੰ ਬੁਲਾ ਲੈਂਦੇ ਆ, ਕਿਤੇ ਉੱਥੇ ਗਰੇਵਾਲ ਤੋਂ ਕੁਛ ਕੁਹਾ ਦਿੰਦੇ ਆ। ਪਹਿਲਾਂ ਉਹ ਗੱਲ ਇਹ ਦੇਖਣ ਵੀ ਉਹਨਾਂ ਦੀ ਨੀਤੀ ਸਾਫ਼ ਹੈ। ਕਿਸਾਨ ਯੂਨੀਅਨ ਦਾ ਤੀਹਾਂ ਦਾ ਫੈਸਲਾ ਹੈ ਵੀ ਇਹ ਕਾਨੂੰਨ ਰੱਦ ਕਰਨ ਤੇ ਫਿਰ ਹੀ ਸਾਡਾ ਫੈਸਲਾ ਉੱਥੇ ਬੈਠਣ ਦਾ ਫਾਇਦਾ ਹੈ। ਉਹ ਰਾਜਨੀਤਿਕ ਨਾ ਕਰਨ, ਉਹ ਆਪਦਾ ਪਲੇਟਫਾਰਮ ਜਾਂ ਗਰਾਊਂਡ ਨਾ ਭਾਲਣ। ਬੀਜੇਪੀ ਦੇ ਪੈਰਾਂ ਥੱਲੋਂ ਜ਼ਮੀਨ ਨਿਕਲੀ ਹੋਈ ਹੈ, ਉਹਨੂੰ ਭਾਲ ਰਹੇ ਆ। ਇਹ ਸਾਡੀ ਸੂਬਾ ਕਮੇਟੀ ਦਾ, ਸਾਡੀ ਸੁਪਰੀਮ ਕੋਰਟ ਦਾ ਆਰਡਰ ਆ ਵੀ 20 ਤਰੀਕ ਤਾਈਂ ਮਾਲ ਗੱਡੀਆਂ ਲੰਘਣ। ਕਿਸਾਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਜੋ ਵੀ ਆ DAP ਜਾਂ ਹੋਰ ਜ਼ਰੂਰੀ ਬਾਤਾਂ ਤਿਉਹਾਰਾਂ ਦੇ ਦਿਨ ਕੋਈ ਜ਼ਰੂਰੀ ਬਾਤਾਂ ਜਾਂ ਸਾਡੀ ਫੌਜ ਵਾਸਤੇ ਉਹ ਅਸੀਂ ਮਾਲ ਗੱਡੀਆਂ ਛੱਡੀਆਂ, ਪੈਸੇਂਜਰ ਗੱਡੀ ਅਸੀਂ 20 ਤਰੀਕ ਜਮ੍ਹਾਂ ਹੀ ਨਹੀਂ ਲੰਘਣ ਦੇਵਾਂਗੇ ਜਿੰਨਾ ਚਿਰ ਸਾਡਾ ਸੂਬਾ ਕਮੇਟੀ ਦਾ, ਸਾਡੀ ਸੁਪਰੀਮ ਕੋਰਟ ਦਾ ਆਰਡਰ ਨਹੀਂ ਹੁੰਦਾ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਲੰਬੇ ਸੰਘਰਸ਼ ਲਈ ਤਿਆਰ ਨਹੀਂ। ਉਹਨਾਂ ਵੱਲੋਂ ਕਾਲੀ ਦੀਵਾਲੀ ਨਹੀਂ ਮਨਾਈ ਜਾਵੇਗੀ, ਉਹ ਦੀਵਾਲੀ ਧੂਮਧਾਮ ਨਾਲ ਮਨਾਉਣਗੇ ਅਤੇ ਮਠਿਆਈਆਂ ਵੀ ਵੰਡਣਗੇ। ਕਿਸਾਨਾਂ ਨੇ ਕਿਹਾ ਕਿ ਉਹਨਾਂ ਕੋਲ ਅਨਾਜ, ਦੁੱਧ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ। ਅਸੀਂ ਤਾਂ ਵਧੀਆ ਮਨਾਵਾਂਗੇ ਜਿਵੇਂ ਪਰਪੁਰ ਤੇ ਮਨਾਈ ਸੀ, ਦੀਪਮਾਲਾ ਕਰਾਂਗੇ, ਜਲੇਬੀਆਂ ਵੀ ਹੋ ਸਕਦਾ ਅਸੀਂ ਪਕਾਈਏ ਬਣਾਵਾਂਗੇ, ਵਿਚਾਰ ਚਿੱਟੀ ਦੀਵਾਲੀ ਮਨਾਵਾਂਗੇ।
ਕਾਲੀ ਦੀਵਾਲੀ ਮਨਾਉਣ ਨੂੰ ਤਾਂ ਮਨਾਈਏ ਸੀ ਜੇ ਸਾਨੂੰ ਕੁਛ ਨਾ ਹੋਵੇ। ਅਸੀਂ ਤਾਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਕੋਲ ਸਾਰਾ ਕੁਝ ਹੈਗਾ, ਉਹ ਦੱਸਾਂਗੇ ਵੀ ਅਸੀਂ ਵਪਾਰੀਆਂ ਨੂੰ ਨੁਕਸਾਨ ਨਹੀਂ ਹੋਇਆ, ਇਹ ਵਾਨੀ ਡਾਨੀ ਨਹੀਂ ਹੋਇਆ। ਜਿਹੜੇ ਮੋਦੀ ਨੂੰ ਫੰਡ ਦੇਣਾ ਉਹ ਫੰਡ ਦਾ ਨੁਕਸਾਨ ਹੋਇਆ, ਉਹਦਾ ਹੋਇਆ, ਸਾਡਾ ਕੋਈ ਨੁਕਸਾਨ ਨਹੀਂ। ਅਸੀਂ ਉਹਨਾਂ ਨੂੰ ਨਹੀਂ ਕੁਛ ਜਗੇਦੇ, ਅਸੀਂ ਤਾਂ ਜੇ ਹੋਰ ਵੀ ਜਿੰਨਾ ਚਿਰ ਚੱਲੂਗਾ ਇਹਨੂੰ ਚਲਾਵਾਂਗੇ, ਨਹੀਂ ਖੁੱਲ੍ਹਣ ਦੇਵਾਂਗੇ। ਧਰਨੇ ਉੱਤੇ ਬੈਠੇ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਸੰਘਰਸ਼ ਦਾ ਸੇਕ ਹੁਣ ਅਡਾਨੀ ਤੇ ਅੰਬਾਨੀ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਅਤੇ ਉਮੀਦ ਹੈ ਕਿ ਇਸ ਸੰਘਰਸ਼ ਵਿੱਚ ਜਿੱਤ ਉਹਨਾਂ ਦੀ ਹੀ ਹੋਵੇਗੀ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੱਜ ਆਪਣੇ ਪੰਜਾਬ ਦੌਰੇ ਦੌਰਾਨ ਜਲੰਧਰ ਦੇ ਫਲੋਰ ਇਲਾਕੇ 'ਚ ਪਹੁੰਚੇ। ਇਸ ਮੌਕੇ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਫਿਲੌਰ ਪਹੁੰਚਣ ਤੇ ਹਰੀਸ਼ ਰਾਵਤ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਅੰਦੋਲਨ 'ਚ ਉਹਨਾਂ ਦੇ ਨਾਲ ਖੜੀ ਏ। ਇੱਕ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਬੜੀ ਉਮੀਦ ਨਾਲ ਕੇਂਦਰੀ ਮੰਤਰੀਆਂ ਨਾਲ ਗੱਲ ਕਰਨ ਜਾ ਰਹੇ ਨੇ। ਇਸ ਮੁਲਾਕਾਤ ਦਾ ਸਹੀ ਨਤੀਜਾ ਨਿਕਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ 'ਚ ਟ੍ਰੇਨਾਂ ਬੰਦ ਹੋਣ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਲਦ ਤੋਂ ਜਲਦ ਇਹਨਾਂ ਮੁਸ਼ਕਲਾਂ ਦਾ ਹੱਲ ਹੋਣਾ ਚਾਹੀਦਾ ਹੈ। किसान अपना गुस्सा जाहिर करने जा रहे हैं मोदी सरकार के खिलाफ, तो मैं उनके साथ खड़े होने हम तो लगातार कह रहे हैं आप किसानों के साथ गल करिए, बात करिए और इस समस्या का समाधान करिए। और आपने किसानों पर काला कानून थोप दिया और अब जो है रेलें न चला करके पंजाब का गला घोंट रहे। तो हम तो चाहते हैं मिले और हम किसानों से अर्ज करेंगे मिले जरूर। ऐसा लगता है कि काले कानून के खिलाफ किसानों ने जो विरोध दर्ज किया उसके लिए पंजाब को दंडित करना चाह रही है मोदी सरकार। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬਾਦਲਾਂ ਨਾਲੋਂ ਵੱਖ ਹੋਏ ਲੀਡਰ ਇੱਕ ਵਾਰ ਫੇਰ ਇਕੱਠੇ ਹੋਣੇ ਸ਼ੁਰੂ ਹੋ ਗਏ। ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਇਕੱਠੇ ਹੋ ਕੇ ਜਲੰਧਰ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਸੰਗਤ ਨੂੰ ਇਸ ਵਾਰ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਬਾਦਲਾਂ ਨੂੰ ਛੱਡ ਕੇ ਉਹਨਾਂ ਦੇ ਹੱਕ 'ਚ ਭੁਗਤਣ ਦੀ ਅਪੀਲ ਕੀਤੀ ਗਈ। ਅਸੀਂ ਧਰਮ ਨੂੰ ਉੱਪਰ ਲਿਆਉਣਾ ਚਾਹੁੰਦੇ ਹਾਂ, ਰਾਜਨੀਤੀ ਨੂੰ ਹੇਠ। ਉਹਨਾਂ ਨੇ ਰਾਜਨੀਤੀ ਉੱਪਰ ਕੀਤੀ ਹੋਈ ਹੈ, ਸਾਰਾ ਕੁਝ ਉਹਨੇ ਧਰਮ ਵੀ ਆਪਦੀ ਰਾਜਨੀਤੀ ਲਈ ਵਰਤ ਰਹੇ ਨੇ। ਉਹ ਚੀਜ਼ਾਂ ਅਸੀਂ ਬਣਾਉਣ ਲਈ ਜਿਹੜੇ ਲੋਕ ਉਹਨਾਂ ਦੇ ਸਾਡੇ ਖਿਆਲਾਂ ਨਾਲ ਮਿਲਦੇ ਨੇ ਉਹ ਆ ਕੇ ਆਉਣ ਸਾਡੇ ਨਾਲ। ਇਹ ਕੋਈ ਰਾਜਨੀਤਿਕ ਸਟੇਜ ਨਹੀਂ ਹੈ, ਇਹ ਧਾਰਮਿਕ ਹੈ। ਪਾਰਟੀ ਵੀ ਬਣਾ ਲਾਂਗੇ, ਇਕੱਠੇ ਵੀ ਹੋ ਜਾਵਾਂਗੇ, ਕੋਈ ਐਸੀ ਗੱਲ ਨਹੀਂ। ਅੱਜ ਤਾਂ ਆ ਦੇਖੋ ਅਸੀਂ ਸਾਰੇ ਇਕੱਠੇ ਹੋਏ ਹਾਂ, ਸਾਰੇ ਅਕਾਲੀ ਦਲ ਹੀ ਨੇ, ਚਾਰ ਅਕਾਲੀ ਦਲ ਅਸੀਂ ਖੜੇ ਹੋਏ। ਚੱਲ ਲਹਿਰ ਇਹਨਾਂ ਦੀ ਲਹਿਰ ਹੈ ਤੇ ਹੋਰ ਵੀ ਸਾਡੇ ਨਾਲ ਆ ਜਾਣਗੇ। ਅਸੀਂ ਚਾਹੁੰਦੇ ਵੀ ਸਾਰੇ ਹੋਰ ਆ ਜਾਣ ਇਕੱਠੇ, ਫਿਰ ਦੇਖਾਂਗੇ ਅਸੈਂਬਲੀ ਬਣ ਕੀ ਕਰਨਾ। ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਜੇ ਵੀ ਕਬਜ਼ਾ ਵਾ ਤੇ ਪਹਿਲਾਂ ਵੀ ਕਬਜ਼ਾ ਸੀ, ਲੰਮੇ ਸਮੇਂ ਤੋਂ ਕਬਜ਼ਾ ਵਾ। ਨਾ ਤਾਂ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਕੋਈ ਮਰਜ਼ਾਦਾ ਨਾ ਰਹਿੰਦੀ ਆ, ਨਾ ਕੋਈ ਸ਼੍ਰੋਮਣੀ ਕਮੇਟੀ ਦੀ ਮਰਜ਼ਾਦਾ ਰਹਿੰਦੀ ਆ। ਜਿਹੜੀਆਂ ਸਿੱਖੀ ਸਿਧਾਂਤ ਨੇ ਉਹ ਇਹਨਾਂ ਨੇ ਰੋਲ ਕੇ ਰੱਖਦੇ ਆ ਤੇ ਜਿਹੜੇ ਸਿੱਖ ਜਗ ਦੇ ਵਿੱਚ ਹਾਹਾਕਾਰ ਮਚੀ ਪਈ ਆ ਉਹਦੇ ਵਾਸਤੇ ਅੱਜ ਅਸੀਂ ਇਕੱਠੇ ਹੋਏ ਆ। ਉਹ ਇਕੱਠੇ ਹੋ ਕੇ ਅਪੀਲ ਵੀ ਕੀਤੀ ਆ, ਸਭ ਇਕੱਠੇ ਹੋਈਏ ਤੇ ਘੱਟੋ ਘੱਟ ਅਸੀਂ ਤੇ ਅੱਜ 5 ਜਣੇ ਜਿਹੜੇ ਆਪੋ ਆਪਣੀਆਂ ਪਾਰਟੀਆਂ ਜਥੇਬੰਦੀਆਂ ਦੇ ਸਰਬਰਾਹ ਵਾ, ਅਸੀਂ ਅੱਜ ਇਕੱਠੇ ਹੋਏ ਆ। ਅਸੀਂ ਤਕੜੇ ਹੋ ਕੇ ਉਹ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢੇ, ਸ਼੍ਰੋਮਣੀ ਕਮੇਟੀ ਚੋਂ ਵੀ ਕੱਢੀਏ ਤੇ ਫਿਰ ਸੱਤਾ ਦੇ ਵਿੱਚੋਂ ਵੀ ਕੱਢੀਏ। ਪੰਜਾਬੀ ਅਦਾਕਾਰ ਦੀਪ ਸਿੱਧੂ ਵੱਲੋਂ ਸ਼ੰਭੂ ਬੈਰੀਅਰ ਤੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਪਹੁੰਚੇ। ਢੀਂਡਸਾ ਦਾ ਕਹਿਣਾ ਸੀ ਕਿ ਇਕਜੁੱਟਤਾ ਨਾਲ ਹੀ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਲੜਾਈ ਲੜੀ ਜਾ ਸਕਦੀ ਹੈ। ਉਹਨਾਂ 26 ਤੇ 27 ਨਵੰਬਰ ਨੂੰ ਦਿੱਲੀ 'ਚ ਹੋਣ ਵਾਲੇ ਵਿਰੋਧ ਪ੍ਰਦਰਸ਼ਨ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਐਲਾਨ ਕੀਤਾ। ਢੀਂਡਸਾ ਮੁਤਾਬਕ ਕੇਂਦਰ 'ਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਹਮੇਸ਼ਾ ਪੰਜਾਬ ਨਾਲ ਧੱਕਾ ਹੁੰਦਾ ਆਇਆ ਹੈ। ਕੇਂਦਰ ਦੇ ਨਵੇਂ ਖੇਤੀ ਕਾਨੂੰਨ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਨੇ ਤੇ ਉਹਨਾਂ ਵੱਲੋਂ ਇਹਨਾਂ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਹਰ ਕਦਮ ਤੇ ਸਾਥ ਦਿੱਤਾ ਜਾਵੇਗਾ। ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੰਭੂ ਮੋਰਚੇ ਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਵੀ ਸ਼ਾਮਲ ਹੋਏ। ਪਰਮਿੰਦਰ ਸਿੰਘ ਢੀਂਡਸਾ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਲੜਾਈ ਕੇਵਲ ਪੰਜਾਬ ਦੀ ਨਹੀਂ ਹੈ, ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ। ਇਸ ਲਈ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸਾਨੂੰ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਇਸ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ। ਢੀਂਡਸਾ ਨੇ ਕਿਹਾ ਕਿ ਦਿੱਲੀ ਕਿਸਾਨ ਯੂਨੀਅਨ ਦੇ ਸੱਦੇ ਤੇ ਉਹਨਾਂ ਦੀ ਪਾਰਟੀ ਦੇ ਆਗੂ 26-27 ਨਵੰਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ।
ਜਿਸ ਨਾਲ ਪੂਰੇ ਦੇਸ਼ ਵਿੱਚ ਇਹ ਸੁਨੇਹਾ ਜਾ ਸਕੇ ਕਿ ਸਾਰੇ ਪੰਜਾਬੀ ਇਕੱਠੇ ਹੋ ਚੁੱਕੇ ਨੇ। ਉਹਨਾਂ ਕਿਹਾ ਕਿ ਇਕੱਲੇ ਲੜ ਕੇ ਇਸ ਲੜਾਈ ਨੂੰ ਨਹੀਂ ਜਿੱਤਿਆ ਜਾ ਸਕਦਾ, ਬਲਕਿ ਆਪਸੀ ਏਕਤਾ ਨਾਲ ਹੀ ਇਸ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਇਸ ਲੜਾਈ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਕਿ ਸਾਨੂੰ ਅੱਜ ਹਰ ਚੀਜ਼ ਭੁਲਾ ਕੇ ਸਾਡੇ ਮਤਭੇਦ ਬਹੁਤ ਹੋਣਗੇ, ਸਾਰੀਆਂ ਪਾਰਟੀਆਂ 'ਚ ਵੀ ਹੁੰਦੇ, ਭਾਈਚਾਰਿਆਂ 'ਚ ਵੀ ਹੁੰਦੇ ਨੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਬਣੀਆਂ ਹੋਈਆਂ। ਪਰ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਲੜਾਈ ਨੂੰ ਅੱਗੇ ਲਿਜਾਣ ਦੀ ਲੋੜ ਹੈ। ਇਹ ਲੜਾਈ ਕਿਵੇਂ ਜਿੱਤੀ ਜਾਣੀ ਹੈ, ਉਹਦੇ ਵਾਸਤੇ ਵੀ ਸਾਨੂੰ ਪੂਰੇ ਦੇਸ਼ ਨੂੰ ਨਾਲ ਲੈਣਾ ਪੈਣਾ। ਦੇਸ਼ ਦੀ ਕਿਸਾਨੀ ਨੂੰ ਸਮਝਾਉਣਾ ਪੈਣਾ ਕਿ ਇਹ ਜਿਹੜਾ ਹੈ, ਇਹਦੀ ਜਿਹੜੇ ਮਨਸੂਬੇ ਨੇ, ਇਹ ਜਿਹੜੀ ਕਿਸਾਨੀ ਨੂੰ ਖਤਮ ਕਰਨ ਦੇ ਮਨਸੂਬੇ, ਜੇ ਅੱਜ ਪੰਜਾਬ ਤੇ ਇਹ ਹਮਲਾ ਹੋਇਆ, ਕੱਲ ਹੋਰ ਤੀਜਾ ਸੂਬਾ ਕੋਈ ਹੋਰ ਵੀ ਹੋ ਸਕਦਾ ਹੈ ਜਿਹਦੇ ਤੇ ਇਹ ਇਕੱਲੇ ਕਰਕੇ ਉਹਨਾਂ ਦਾ ਨੁਕਸਾਨ ਕਰ ਸਕਦੇ ਆ। ਸਾਰੀਆਂ ਪਾਰਟੀਆਂ ਦੇਸ਼ ਦੀਆਂ, ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ, ਸਾਨੂੰ ਇਕੱਠੇ ਜੋੜਨਾ ਚਾਹੀਦਾ ਸਾਰਿਆਂ ਨੂੰ ਇਸ ਸੰਘਰਸ਼ ਦੇ ਵਿੱਚ, ਤਾਂ ਹੀ ਅਸੀਂ ਜਿਹੜੀ ਹੈ ਜਿੱਤ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਜਿਹੜਾ ਦਿੱਲੀ ਦਾ ਕਿਸਾਨ ਯੂਨੀਅਨ ਨੇ ਫੈਸਲਾ ਕੀਤਾ ਵੀ 26-27 ਤਰੀਕ ਨੂੰ ਅਸੀਂ ਦਿੱਲੀ ਜਾ ਕੇ ਉੱਥੇ 2 ਦਿਨ ਦਾ ਧਰਨਾ ਰੱਖਾਂਗੇ। ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਵੀ ਆਪਾਂ ਨੂੰ ਉਹਦੇ ਵਿੱਚ ਵੀ ਸਭ ਤੋਂ ਹਰ ਕੋਈ ਬੰਦਾ ਛੱਡ ਕੇ ਆਪਦੇ ਫਰਕ ਉਹਦੇ ਵਿੱਚ ਸ਼ਾਮਲ ਹੋ, ਤਾਂ ਕਿ ਦਿੱਲੀ ਜਾ ਕੇ ਜਿਹੜੀ ਲੜਾਈ ਤਾਂ ਆ ਕੇ ਦਿੱਲੀ ਜਿੱਤੀ ਜਾਣੀ ਹੈ, ਉੱਥੇ ਜਾ ਕੇ ਉਹਨੂੰ ਆਪਾਂ ਇੱਕ ਸੰਦੇਸ਼ ਦੇ ਸਕੀਏ ਵੀ ਸਾਰੇ ਪੰਜਾਬੀ ਅੱਜ ਇਕੱਠੇ ਹੋ ਚੁੱਕੇ ਨੇ ਤੇ ਇਹ ਜਿਹੜੀ ਤਾਨਾਸ਼ਾਹੀ ਹੈ ਇਹ ਅਸੀਂ ਕਿਸੇ ਹਰਗਿਜ਼ ਨਾ ਕਦੇ ਪੰਜਾਬੀਆਂ ਨੇ ਪਹਿਲਾਂ ਸਹਿਣ ਕੀਤੀ ਹੈ, ਨਾ ਹੀ ਕਦੇ ਤਾਨਾਸ਼ਾਹੀ ਜਿਹੜੀ ਹੈ ਭਵਿੱਖ ਵਿੱਚ ਪੰਜਾਬੀ ਕਦੇ ਸਹਿਣ ਕਰਨਗੇ। ਢੀਂਡਸਾ ਨੇ ਕਿਹਾ ਕਿ ਕਿਸਾਨਾਂ ਨੇ ਕਦੇ ਇਹਨਾਂ ਕਾਨੂੰਨਾਂ ਦੀ ਮੰਗ ਨਹੀਂ ਕੀਤੀ। ਇਹ ਕਾਨੂੰਨ ਕਿਸਾਨਾਂ ਉੱਤੇ ਥੋਪੇ ਗਏ ਨੇ। ਇਹਨਾਂ ਕਾਨੂੰਨਾਂ ਦਾ ਮਕਸਦ ਇਹ ਹੈ ਕਿ ਕਿਸਾਨਾਂ ਨੂੰ ਹੌਲੀ-ਹੌਲੀ ਸਰਕਾਰੀ ਖਰੀਦ ਤੋਂ ਬਾਹਰ ਕੀਤਾ ਜਾਵੇ ਅਤੇ ਕਿਸਾਨ ਜਿਹੜਾ ਸਰਕਾਰ ਤੇ ਨਿਰਭਰ ਹੈ ਉਹ ਵੱਡੇ ਵਪਾਰੀ ਤੇ ਨਿਰਭਰ ਹੋ ਜਾਵੇ, ਜਿਸ ਤੋਂ ਡਰਦੇ ਹੋਏ ਹੀ ਅੱਜ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ। ਇਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਰਦਾਰ ਢੀਂਡਸਾ ਨੇ ਕਿਹਾ ਕਿ ਇਹ ਕਾਨੂੰਨ ਲਿਆ ਕੇ ਕੇਂਦਰ ਸਰਕਾਰ ਨੇ ਲੋਕਤੰਤਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਇਹ ਕਾਨੂੰਨ ਕਹੇ ਤਾਂ ਇਹ ਜਾਂਦੇ ਨੇ ਵੀ ਇਹ ਕਿਸਾਨਾਂ ਵਾਸਤੇ ਲਿਆਂਦੇ ਗਏ, ਪਰ ਕਦੇ ਕਿਸੇ ਕਿਸਾਨ ਨੇ, ਕਿਸਾਨ ਜਥੇਬੰਦੀ ਨੇ ਇਹਨਾਂ ਕਾਨੂੰਨਾਂ ਦੀ ਮੰਗ ਨਹੀਂ ਕੀਤੀ। ਇਹ ਤਾਂ ਕਿਸਾਨਾਂ ਦੇ ਜਿਹੜਾ ਗਲ 'ਚ ਠੋਸੇ ਗਏ ਨੇ। ਤੇ ਇਹ ਜਿਹੜੇ ਕਾਨੂੰਨ ਨੇ, ਇਹਨਾਂ ਦਾ ਮਕਸਦ ਕੀ ਹੈ? ਇਹਨਾਂ ਦਾ ਮਕਸਦ ਹੈ ਕਿ ਹੌਲੀ-ਹੌਲੀ ਜਿਹੜੀ ਸਰਕਾਰ ਹੈ ਉਹ ਸਰਕਾਰੀ ਖਰੀਦ ਚੋਂ ਬਾਹਰ ਆ ਜਾਏ। ਕਿਉਂ ਸਰਕਾਰੀ ਖਰੀਦ ਚੋਂ ਬਾਹਰ ਆਉਣਾ ਚਾਹੁੰਦੇ ਆ ਉਹ? ਕਿਉਂਕਿ ਉਹਨਾਂ ਨੇ ਇੱਕ ਫੈਸਲਾ ਕਰ ਲਿਆ, ਜਿਵੇਂ ਡਾਇਰੈਕਟ ਸਬਸਿਡੀ ਆਪਾਂ ਹਰ ਚੀਜ਼ ਲਈ ਇਹਨਾਂ ਨੇ ਸ਼ੁਰੂ ਕੀਤੀ ਹੈ ਵੀ ਸਿੱਧਾ ਖਾਤਿਆਂ 'ਚ ਪਾ ਦਿਓ। ਇਹ ਆਪਣੀ ਫਸਲ ਕਾਹਦੇ ਵਾਸਤੇ ਖਰੀਦੀ ਜਾਂਦੀ ਹੈ? ਇਹ ਖਰੀਦੀ ਜਾਂਦੀ ਹੈ ਜਿਹੜਾ ਪੀਡੀਐਸ ਸਿਸਟਮ ਹੈ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਉਹਦੇ ਵਾਸਤੇ ਗਰੀਬਾਂ ਨੂੰ ਦੇਣ ਲਈ ਜਿਹੜੀ ਕੇਂਦਰ ਸਰਕਾਰ ਖਰੀਦਦੀ ਹੈ। ਤੇ ਉਹ ਖਰੀਦ ਕੇ ਸਟੋਰ ਕਰਕੇ ਵੱਖ-ਵੱਖ ਸੂਬਿਆਂ 'ਚ ਜਿੱਥੇ ਵੀ ਜਿਹੜੀ ਹੈ 2 ਰੁਪਏ ਕਿਲੋ ਕਣਕ ਜਾਂ ਜਿਹੜੇ ਚੌਲ ਨੇ ਉਹ ਮੁਹੱਈਆ ਕਰਾਏ ਜਾਂਦੇ ਨੇ। ਹੁਣ ਸਰਕਾਰ ਨੇ ਇਹ ਫੈਸਲਾ ਕਰ ਲਿਆ, ਸ਼ਾਂਤਾ ਕੁਮਾਰ ਦੀ ਰਿਪੋਰਟ ਤੁਸੀਂ ਪੜ੍ਹੀ ਹੋਣੀ ਹੈ, ਵੀ ਇਹ ਸਾਰਾ ਕੁਝ ਦੇ ਵਿੱਚ ਚੋਰੀ ਬਹੁਤ ਹੈ, ਵੀ ਇਹਨੂੰ ਖਤਮ ਕਰਕੇ ਸਿੱਧਾ ਖਾਤਿਆਂ 'ਚ ਪੈਸੇ ਦਿਓ। ਢੀਂਡਸਾ ਮੁਤਾਬਕ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਰਾਜਸੀ ਤਾਕਤ ਥੋੜੀ ਹੈ ਪਰ ਦੇਸ਼ ਨੂੰ ਦੇਣ ਬਹੁਤ ਜ਼ਿਆਦਾ ਹੈ। ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ ਨੇ। ਅੰਨ ਦੀ ਲੋੜ ਪਈ ਤਾਂ ਦੇਸ਼ ਦਾ ਢਿੱਡ ਵੀ ਪੰਜਾਬ ਨੇ ਭਰਿਆ, ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਬਾਂਹ ਕਿਸੇ ਨੇ ਨਹੀਂ ਫੜੀ ਅਤੇ ਪੰਜਾਬ ਨਾਲ ਧੱਕਾ ਹੀ ਹੁੰਦਾ ਆਇਆ। ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੇ ਅੱਜ ਸਵੇਰੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਹਨਾਂ ਨੇ ਟਵਿੱਟਰ ਤੇ ਇੱਕ ਫੋਟੋ ਸਾਂਝੀ ਕੀਤੀ ਜਿਸ ਵਿੱਚ ਉਹ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਬੈਠੇ ਨਜ਼ਰ ਆ ਰਹੇ ਨੇ। ਇਸ ਮਗਰੋਂ ਉਹਨਾਂ ਕਾਂਗਰਸੀ ਆਗੂ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਤੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਨਵਜੋਤ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾ ਚੁੱਕੇ ਨੇ ਤੇ ਦੋਵਾਂ ਦੀ ਦੋਸਤੀ ਬੇਹੱਦ ਡੂੰਘੀ ਦੱਸੀ ਜਾਂਦੀ ਹੈ। ਕਪਿਲ ਸ਼ਰਮਾ ਨੇ ਉਹਨਾਂ ਦੀ ਟੀਮ ਨੇ ਨਵਜੋਤ ਸਿੱਧੂ ਦੇ ਘਰ ਖਾਣਾ ਵੀ ਖਾਧਾ। ਦੋਵੇਂ ਬਹੁਤ ਦੇਰ ਤੱਕ ਇੱਕ ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆਏ।
ਭਾਰਤ 'ਚ ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਰੋਨਾ ਸੰਕਟ ਦੌਰਾਨ ਮਨੁੱਖਤਾ ਦੀ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਹੈ। ਆਸਟ੍ਰੇਲੀਆਈ ਹਾਈ ਕਮਿਸ਼ਨਰ ਬੇਰੀਓ ਫੈਰੇਲ ਗੁਰਦੁਆਰਾ ਕਮੇਟੀ ਦੇ ਦਫ਼ਤਰ ਪਹੁੰਚੇ ਸਨ, ਜਿੱਥੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾਂ ਅਹੁਦੇਦਾਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਬੈਰੀਓ ਫੈਰੇਲ ਦਾ ਕਹਿਣਾ ਸੀ ਕਿ ਕੋਵਿਡ ਸੰਕਟ ਦੌਰਾਨ ਸਿੱਖਾਂ ਨੇ ਆਸਟ੍ਰੇਲੀਆ ਸਮੇਤ ਦੁਨੀਆ ਭਰ 'ਚ ਸੇਵਾ ਦਾ ਵੱਡਾ ਉਪਰਾਲਾ ਕੀਤਾ। ਇਸ ਦੇ ਲਈ ਉਹ ਸਿੱਖਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਲਈ ਇੱਥੇ ਪਹੁੰਚੇ ਨੇ। ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਸੰਕਟ ਅਤੇ ਵਿਸ਼ੇਸ਼ ਤੌਰ ਉੱਤੇ ਲੋਕਡਾਊਨ ਦੌਰਾਨ ਮਨੁੱਖਤਾ ਦੀ ਕੀਤੀ ਗਈ ਸੇਵਾ ਦੀ ਭਰਵੀਂ ਸ਼ਲਾਘਾ ਕੀਤੀ ਹੈ ਤੇ ਕਿਹਾ ਕਿ ਸਿੱਖਾਂ ਨੇ ਆਸਟ੍ਰੇਲੀਆ ਸਮੇਤ ਦੁਨੀਆ ਭਰ ਵਿੱਚ ਹੈਰਾਨੀਜਨਕ ਸੇਵਾ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪੁੱਜੇ ਆਸਟ੍ਰੇਲੀਆਈ ਹਾਈ ਕਮਿਸ਼ਨਰ ਤੇ ਉਹਨਾਂ ਦੀ ਟੀਮ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀਜਨਕ ਹੈ ਕਿ ਕਮੇਟੀ ਨੇ ਸਭ ਧਰਮਾਂ ਤੋਂ ਉੱਪਰ ਉੱਠ ਕੇ ਸਿਰਫ ਮਨੁੱਖਤਾ ਨੂੰ ਹੀ ਆਧਾਰ ਮੰਨ ਕੇ ਸੰਕਟ ਦੌਰਾਨ ਲੋਕਾਂ ਦੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਦੁਨੀਆ ਨੂੰ ਜਦੋਂ ਇਸ ਅਣਕਿਆਸੇ ਸੰਕਟ ਨੇ ਘੇਰਿਆ ਉਦੋਂ ਇਹ ਸਪਸ਼ਟ ਨਹੀਂ ਸੀ ਕਿ ਦੁਨੀਆ ਦਾ ਕੀ ਬਣੇਗਾ ਤੇ ਲੋਕ ਭੁੱਖੇ ਮਰ ਰਹੇ ਸਨ, ਪਰ ਸਿੱਖਾਂ ਨੇ ਦੁਨੀਆ ਭਰ ਵਿੱਚ ਅਜਿਹੇ ਲੋਕਾਂ ਦੀ ਸਾਰ ਲਈ ਤੇ ਅੱਜ ਪੂਰੀ ਦੁਨੀਆ ਨੂੰ ਪਤਾ ਹੈ ਕਿ ਸਿੱਖ ਕੌਮ ਮਨੁੱਖਤਾ ਵਾਸਤੇ ਕੰਮ ਕਰਨ ਵਿੱਚ ਸਭ ਤੋਂ ਮੋਹਰੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਲੋਕਾਂ ਦੀ ਸੇਵਾ ਵਾਸਤੇ ਹਮੇਸ਼ਾ ਤਿਆਰ ਰਹਿੰਦੀ ਹੈ ਤੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਗਈ ਸੇਵਾ ਦੀ ਜਿੰਨੀ ਵਡਿਆਈ ਕੀਤੀ ਜਾਵੇ ਉਹ ਥੋੜੀ ਹੈ। To listen to the extraordinary effort the Gurdwara has provided to people across Delhi during the pandemic, but secondly to express Australia's gratitude for the efforts that the Sikh community have made during our crisis, whether the pandemic or during the bushfires early this year. Sikhs are known in Australia as people that come out to assist, to support volunteers at times of emergency, and I wanted to come today to acknowledge that and again, as I said, to see the great work that this community has done in Delhi at this difficult time. ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਆਉਣ ਤੇ ਆਸਟ੍ਰੇਲੀਅਨ ਹਾਈ ਕਮਿਸ਼ਨਰ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ। ਸਿਰਸਾ ਨੇ ਕਿਹਾ ਕਿ ਉਹਨਾਂ ਵੱਲੋਂ ਕੀਤੀ ਗਈ ਹੌਸਲਾ ਅਫਜ਼ਾਈ ਇਸ ਗੱਲ ਦਾ ਸਬੂਤ ਹੈ ਕਿ ਪੂਰੀ ਦੁਨੀਆ ਵਿੱਚ ਸਿੱਖਾਂ ਦਾ ਮਾਣ ਸਤਿਕਾਰ ਤੇ ਰੁਤਬਾ ਵਧ ਰਿਹਾ ਹੈ। ਸਿਰਸਾ ਮੁਤਾਬਕ ਗੁਰਦੁਆਰਾ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਮਨੁੱਖਤਾ ਦੀ ਇਸੇ ਤਰ੍ਹਾਂ ਨਾਲ ਸੇਵਾ ਕੀਤੀ ਜਾਂਦੀ ਰਹੇਗੀ। ਅੱਜ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਜੌਨ ਬੈਰੀ, ਜੋ ਕਿ ਪਹਿਲਾਂ ਸਾਊਥ ਵੇਲਸ ਦੇ ਅੰਦਰ ਚੀਫ ਮਿਨਿਸਟਰ ਰਹੇ ਨੇ, ਉੱਥੋਂ ਦੀ ਨੈਸ਼ਨਲ ਪਾਰਲੀਮੈਂਟ ਦੇ ਮੈਂਬਰ ਰਹੇ ਨੇ, ਮੈਂਬਰ ਪਾਰਲੀਮੈਂਟ, ਔਰ ਹੁਣ ਇੱਥੇ ਹਾਈ ਕਮਿਸ਼ਨ ਨੇ, ਆਸਟ੍ਰੇਲੀਅਨ ਹਾਈ ਕਮਿਸ਼ਨ ਟੂ ਇੰਡੀਆ ਨੇ, ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੋਵਿਡ ਦੇ ਦੌਰਾਨ ਮਹਾਨ ਸੇਵਾਵਾਂ ਕੀਤੀਆਂ, ਉਹਦਾ ਧੰਨਵਾਦ ਕਰਨ ਵਾਸਤੇ ਅੱਜ ਉਹ ਸਾਡੇ ਇੱਥੇ ਦਫ਼ਤਰ 'ਚ ਪਹੁੰਚੇ। ਉਹਨਾਂ ਨੇ ਆ ਕੇ ਸਾਰੀ ਜਾਣਕਾਰੀ ਲਈ ਕਿ ਕਿਸ ਤਰੀਕੇ ਇੱਕ ਆਰਗੇਨਾਈਜੇਸ਼ਨ ਨੇ ਇੰਨੇ ਵੱਡੇ ਪੱਧਰ 'ਤੇ ਕੰਮ ਕੀਤਾ, ਕਿਸ ਤਰ੍ਹਾਂ ਇੱਕ ਇੰਪੋਸੀਬਲ ਜੌਬ ਨੂੰ ਪੋਸੀਬਲ ਕਰਕੇ ਦਿਖਾਇਆ। ਇਹਦੇ ਵਾਸਤੇ ਅੱਜ ਉਹ ਵਿਸ਼ੇਸ਼ ਤੌਰ 'ਤੇ ਹਾਈ ਕਮਿਸ਼ਨਰ ਨਾਲ ਉਹਨਾਂ ਦੇ ਸੈਕੰਡ ਇਨ ਕਮਾਂਡ ਹਾਈ ਕਮਿਸ਼ਨਰ ਜਿਹੜੇ ਸੀ ਉਹ, ਔਰ ਉਹਨਾਂ ਨੇ ਸਾਰੇ ਤੱਥ ਇਕੱਠੇ ਕੀਤੇ ਵੀ ਕਿਸ ਤਰ੍ਹਾਂ ਹਿਊਮਨਲੀ ਪੋਸੀਬਲ ਜਿਹੜੀ ਚੀਜ਼ ਨਹੀਂ ਸੀ, ਕਿੰਨੇ ਮਿਲੀਅਨ ਲੋਕਾਂ ਨੂੰ ਉਸ ਵੇਲੇ ਖਾਣਾ ਲੰਗਰ ਪਹੁੰਚਾਉਣਾ ਜਿਸ ਵੇਲੇ ਸਾਰੇ ਸਿਸਟਮ ਸਰੋਤ ਬੰਦ ਹੋ ਚੁੱਕੇ ਹੋਣ। ਔਰ ਇਸ ਵਾਸਤੇ ਅੱਜ ਉਹ ਆਸਟ੍ਰੇਲੀਆ ਦੀ ਸਰਕਾਰ ਵੱਲੋਂ, ਆਸਟ੍ਰੇਲੀਆ ਦੇ ਲੋਕਾਂ ਵੱਲੋਂ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਦਿੱਲੀ ਦੇ ਸਿੱਖਾਂ ਦਾ, ਦਿੱਲੀ ਦੇ ਗੁਰੂ ਘਰਾਂ ਦੇ ਅੰਦਰ ਸੇਵਾਦਾਰਾਂ ਦਾ ਧੰਨਵਾਦ ਕਰਨ ਵਾਸਤੇ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀ। ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ, ਜਿਹੜੀ ਭਾਵਨਾ ਉਹ ਲੈ ਕੇ ਆਏ ਨੇ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਇਸ ਚੀਜ਼ ਨੂੰ ਰੈਕੋਗਨਾਈਜ਼ ਕੀਤਾ ਔਰ ਇਹ ਨੈਸ਼ਨਲ ਲੈਵਲ 'ਤੇ ਨਹੀਂ, ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਸੇਵਾਵਾਂ ਜਿਹੜੀਆਂ ਨੇ ਉਹਦੀ ਚਰਚਾ ਤੁਸੀਂ ਸਮਝ ਸਕਦੇ ਜੀ ਕਿ ਅੰਬੈਸੀਆਂ ਦੇ ਹਾਈ ਕਮਿਸ਼ਨ ਜਿਨ੍ਹਾਂ ਦੇ ਕੋਲ ਕਦੀ ਅਸੀਂ ਲਾਈਨਾਂ 'ਚ ਜਾ ਕੇ ਲੱਗਦੇ ਸੀਗੇ, ਅੱਜ ਉਹ ਹਾਈ ਕਮਿਸ਼ਨ ਟਾਈਮ ਮੰਗ ਕੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਨ ਵਾਸਤੇ ਆ ਰਹੇ ਆ। ਇਹੀ ਅੰਤਰ ਆ ਦਿੱਲੀ ਕਮੇਟੀ ਦੇ ਪਿਛਲੇ ਪ੍ਰਧਾਨਾਂ ਦੇ ਔਰ ਪਿਛਲੇ ਸਮੇਂ 'ਚ ਔਰ ਹੁਣ ਦੇ ਸਮੇਂ 'ਚ। ਇਸ ਮੌਕੇ ਆਸਟ੍ਰੇਲੀਆਈ ਹਾਈ ਕਮਿਸ਼ਨਰ ਤੇ ਹੋਰ ਟੀਮ ਮੈਂਬਰਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਹੋਰਨਾਂ ਮੈਂਬਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇੱਕ ਪਾਸੇ ਆਸਟ੍ਰੇਲੀਅਨ ਹਾਈ ਕਮਿਸ਼ਨਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਇਸ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਤਾਰੀਫ ਕੀਤੀ ਜਾ ਰਹੀ ਹੈ, ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸਿਰਸਾ ਤੇ ਭ੍ਰਸ਼ਟਾਚਾਰ ਦੇ ਆਰੋਪ ਲਗਾਏ ਨੇ। ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਕਮੇਟੀ ਦਾ ਪ੍ਰਬੰਧ ਉਹਨਾਂ ਲੋਕਾਂ ਦੇ ਹੱਥ ਹੈ
ਜਿਨ੍ਹਾਂ ਦੇ ਪਰਿਵਾਰਾਂ ਨੂੰ ਸਜ਼ਾਵਾਂ ਹੋਈਆਂ ਨੇ, ਜਿਨ੍ਹਾਂ ਦਾ ਕੰਮ ਹੀ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਹੈ। ਦਿੱਲੀ ਦੀ ਰੋਜ਼ ਐਵਨਿਊ ਕੋਰਟ ਨੇ ਟੈਂਟ ਘੁਟਾਲੇ ਮਾਮਲੇ 'ਚ ਸਿਰਸਾ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਨੇ। ਜਰਨੈਲ ਸਿੰਘ ਨੇ ਕਿਹਾ ਕਿ ਮਨਜਿੰਦਰ ਸਿਰਸਾ ਸ਼ਰਾਬਾਂ ਤੇ ਪੈਸੇ ਵੰਡ ਕੇ ਚੋਣਾਂ ਜਿੱਤਣ ਵਾਲੇ ਲੋਕ ਨੇ। ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ। ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚੰਗੇ ਸੇਵਾਦਾਰਾਂ ਦੇ ਹੱਥ ਦੇਣ। ਬਹੁਤ ਹੀ ਕਈ ਵਾਰੀ ਦਿਲ ਦੁਖਦਾ ਇਸ ਗੱਲ ਨੂੰ ਵੇਖ ਕੇ ਕਿ ਜੋ ਦੁਰਵਰਤੋਂ ਗੁਰਦੁਆਰੇ ਦੀ ਗੋਲਕ ਦੀ ਹੋ ਰਹੀ ਹੈ ਉਹਦਾ ਮਿਆਰ ਕਿੰਨਾ ਡਿੱਗ ਚੁੱਕਿਆ ਹੈ। ਜਦੋਂ ਕੋਈ ਵੀ ਸ਼ਰਧਾਲੂ ਗੁਰਦੁਆਰੇ ਜਾ ਕੇ ਗੋਲਕ ਵਿੱਚ ਪੈਸੇ ਪਾਉਂਦਾ ਹੈ ਤੇ ਉਹ ਇਸ ਭਾਵਨਾ ਨਾਲ ਪਾਉਂਦਾ ਹੈ ਕਿ ਮੇਰੇ ਦਿੱਤੇ ਗਏ, ਮੇਰੇ ਵੱਲੋਂ ਪਾਏ ਗਏ, ਗੁਰੂ ਨੂੰ ਭੇਂਟ ਕੀਤੇ ਗਏ ਗੋਲਕ ਦੇ ਪੈਸੇ ਕਿਸੇ ਚੰਗੇ ਕੰਮ 'ਚ ਲੱਗਣਗੇ। ਜੋ ਗੁਰੂ ਦਾ ਲੰਗਰ ਹੈ ਸ਼ਾਇਦ ਉੱਥੇ ਵਰਤੇ ਜਾਣਗੇ, ਨਹੀਂ ਤੇ ਜੋ ਗੁਰਦੁਆਰਿਆਂ DSMC ਦੇ ਅੰਡਰ ਸਕੂਲ ਚੱਲ ਰਹੇ ਨੇ ਉਹਨਾਂ ਦੇ ਵਿੱਚ ਇਹਦੀ ਵਰਤੋਂ ਹੋਏਗੀ, ਜਾਂ ਜੋ ਹਸਪਤਾਲ ਚੱਲ ਰਹੇ ਨੇ ਉਹਨਾਂ ਦੇ ਵਿੱਚ ਇਹਦੀ ਵਰਤੋਂ ਹੋਏਗੀ। ਪਰ ਜੋ ਇਹਦਾ ਮਿਸਯੂਜ਼ ਪਿਛਲੇ ਕੁਝ ਸਾਲਾਂ ਤੋਂ ਆਪਾਂ ਲਗਾਤਾਰ ਵੇਖਦੇ ਆ ਰਹੇ ਹਾਂ, ਉਹਦਾ ਇੱਕ ਜਿੰਦਾ ਜਾਗਦਾ ਪ੍ਰਮਾਣ ਪਰਸੋਂ ਦਾ ਰਾਊਜ਼ ਐਵਨਿਊ ਕੋਰਟ ਦੇ ਆਰਡਰ ਹੈਗੇ ਨੇ, ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਕਿਸ ਤਰੀਕੇ ਲੱਖਾਂ ਰੁਪਏ ਦਾ, ਕਰੋੜਾਂ ਰੁਪਏ ਦਾ ਮਿਸਯੂਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਵੱਲੋਂ ਕੀਤਾ ਗਿਆ। ਮੈਨੂੰ ਤੇ ਤਾਂ ਹੈਰਾਨੀ ਹੋਈ ਸੀ ਪਹਿਲੀ ਵਾਰ ਜਦੋਂ ਮੈਂ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਵਿੱਚ ਸ਼ਰਾਬਾਂ ਵੰਡਦੀ ਵੇਖੀਆਂ। ਜਦੋਂ ਪੈਸੇ ਵੰਡਦੇ ਵੇਖੇ, ਆਪਾਂ ਤੀਸਰੀ ਵਾਰੀ ਸਟੇਟ ਵਿੱਚ ਇਲੈਕਸ਼ਨ ਲੜ ਲਿਆ, ਸਾਨੂੰ ਅੱਜ ਤੱਕ ਇੱਕ ਬੋਤਲ ਸ਼ਰਾਬ ਦੀ ਕਿਸੇ ਨੂੰ ਦੇਣ ਦੀ ਲੋੜ ਨਹੀਂ ਪਈ, 1 ਰੁਪਈਆ ਕਿਸੇ ਨੂੰ ਦੇਣ ਦੀ ਲੋੜ ਨਹੀਂ ਪਈ। ਆਪਾਂ ਇਮਾਨਦਾਰੀ ਨਾਲ ਕੰਮ ਕਰਦੇ ਹਾਂ, ਦਿੱਲੀ ਦੇ ਲੋਕ ਇਮਾਨਦਾਰੀ ਨਾਲ ਸਾਨੂੰ ਸਪੋਰਟ ਕਰਦੇ ਨੇ। ਪਰ ਜੋ ਸ਼ਖਸ ਗੁਰਦੁਆਰੇ ਦੀ ਸੇਵਾ ਦਾ ਚੋਣ ਲੜ ਰਿਹਾ ਹੈ ਤੇ ਪੈਸੇ ਤੇ ਸ਼ਰਾਬਾਂ ਤੇ ਮੀਟ ਮੁਰਗੇ ਵਾਲੀ ਪਾਰਟੀਆਂ ਕਰਕੇ ਲੋਕਾਂ ਨੂੰ ਇਹ ਕਹਿ ਰਿਹਾ ਵੀ ਮੈਨੂੰ ਵੋਟ ਦਿਓ, ਤੇ ਸੰਗਤ ਇਸ ਚੀਜ਼ ਨੂੰ ਸਮਝ ਲਵੇ ਉਹ ਸੇਵਾ ਕਰਨ ਨਹੀਂ ਆ ਰਿਹਾ, ਉਹ ਇੱਦਾਂ ਦੇ ਘੁਟਾਲੇ ਕਰਨ ਨਹੀਂ ਆ ਰਿਹਾ। ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣ ਵਾਲੇ ਨੇ। ਅੱਜ ਕੱਲ੍ਹ ਵੋਟਾਂ ਵੀ ਬਣ ਰਹੀਆਂ ਨੇ। ਆਪਾਂ ਇਹ ਵੀ ਵੇਖਿਆ ਵੀ ਪਿਛਲੇ ਕੁਝ ਸਾਲਾਂ ਤੋਂ ਜੇ 2017 ਦੀ ਗੱਲ ਹੀ ਕਰੀਏ ਤੇ ਬਹੁਤ ਥੋੜੀ ਜਿਹੀ ਵੋਟਾਂ ਕਰਕੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਹੋ ਜਾਂਦਾ ਹੈ। ਤੇ ਸੰਗਤ ਨੂੰ ਇਹ ਚਾਹੀਦਾ ਕਿ ਸਭ ਤੋਂ ਪਹਿਲਾਂ ਤੇ ਆਪਣੀ ਵੋਟ ਜ਼ਰੂਰ ਬਣਵਾਉਣ, ਉਸ ਤੋਂ ਬਾਅਦ ਵੋਟ ਪੋਲ ਜ਼ਰੂਰ ਕਰਨ ਤੇ ਕਿਹਨੂੰ ਪੋਲ ਕਰ ਰਹੇ ਨੇ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ, ਤਾਂ ਕਿ ਚੰਗੇ ਕਿਰਦਾਰ ਵਾਲੇ ਲੋਕ ਆ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸੇਵਾ ਸੰਭਾਲਣ ਤੇ ਜੋ ਸਾਡੇ ਗੁਰੂ ਘਰ ਨੇ ਉਹਨਾਂ ਦੀ ਚੰਗੀ ਸੇਵਾ ਸੰਭਾਲ ਹੋਵੇ, ਗੋਲਕ ਦੀ ਚੰਗੀ ਵਰਤੋਂ ਹੋਵੇ। ਜਿਹੜੇ ਸਕੂਲ ਬੰਦ ਹੋਣ ਦੀ ਕਗਾਰ ਤੇ ਆ ਗਏ ਨੇ, ਟੀਚਰਸ ਆਏ ਦਿਨ ਧਰਨੇ ਤੇ ਬੈਠੇ ਰਹਿੰਦੇ ਨੇ, ਹਸਪਤਾਲ ਦੀ ਬਿਲਡਿੰਗਾਂ ਖੰਡਰ ਹੋ ਗਈਆਂ ਨੇ, ਇਹ ਸਾਰੀ ਚੀਜ਼ਾਂ ਤੇ ਕਮੇਟੀ ਕੰਮ ਕਰ ਸਕੇ। ਲੁਧਿਆਣਾ 'ਚ ਅੱਜ ਨਿੱਜੀ ਟਰਾਂਸਪੋਰਟ ਮਾਫੀਆ ਦੇ ਖਿਲਾਫ ਪੰਜਾਬ ਰੋਡਵੇਜ਼ ਅਤੇ PRTC ਦੇ ਮੁਲਾਜ਼ਮ ਇਕਜੁੱਟ ਹੋਏ ਅਤੇ ਉਹਨਾਂ ਨੇ ਜੰਮ ਕੇ RTO ਲੁਧਿਆਣਾ ਅਤੇ ਟਰਾਂਸਪੋਰਟ ਮਿਨਿਸਟਰ ਪੰਜਾਬ ਦੇ ਖਿਲਾਫ ਆਪਣੀ ਭੜਾਸ ਕੱਢੀ। ਰੋਡਵੇਜ਼ ਦੇ ਮੁਲਾਜ਼ਮਾਂ ਨੇ ਕਿਹਾ ਕਿ ਕਰੋਨਾ ਦੇ ਦੌਰਾਨ ਮੁਫਤ ਵਿੱਚ ਉਹ ਲੋਕਾਂ ਦੀ ਸੇਵਾ ਕਰਦੇ ਰਹੇ ਤੇ ਜਦੋਂ ਹੁਣ ਬੱਸਾਂ ਦਾ ਕੰਮ ਚੱਲਣ ਲੱਗਾ ਤੇ ਸਰਕਾਰ ਵੱਲੋਂ ਨਿੱਜੀ ਬੱਸਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਟਰਾਂਸਪੋਰਟ ਦੇ ਖਿਲਾਫ ਸੱਤਾ 'ਚ ਆਉਣ ਤੋਂ ਪਹਿਲਾਂ ਕਾਰਵਾਈ ਕਰਨ ਦਾ ਦਾਅਵਾ ਕੀਤਾ ਸੀ, ਪਰ ਉਹ ਦਾਅਵਾ ਫਿੱਕਾ ਹੀ ਨਿਕਲਿਆ। ਇਸ ਦੇ ਨਾਲ ਹੀ 23 ਨਵੰਬਰ ਨੂੰ ਲੁਧਿਆਣਾ ਬੱਸ ਸਟੈਂਡ ਬੰਦ ਕਰਨ ਦਾ ਯੂਨੀਅਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਸਮੇਂ ਦੌਰਾਨ ਜਿਹੜੀ ਕਰੋਨਾ ਦੀ ਮਹਾਮਾਰੀ ਉਹ ਪੂਰੇ ਸੰਸਾਰ ਦੇ ਵਿੱਚ ਫੈਲ ਗਈ ਸੀ, ਜਿੱਥੇ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਐਮਰਜੈਂਸੀ ਸੇਵਾਵਾਂ ਲਈ ਵੱਖ-ਵੱਖ ਸੂਬਿਆਂ 'ਚ ਭੇਜਿਆ ਗਿਆ, ਚਾਹੇ ਉਹ ਸੱਚਖੰਡ ਹਜੂਰ ਸਾਹਿਬ ਹੋਵੇ, ਚਾਹੇ ਉਹ UP ਬਿਹਾਰ ਜਿੱਥੇ ਸਾਡੇ ਪ੍ਰਵਾਸੀਆਂ ਨੂੰ ਛੱਡ ਕੇ ਆਉਣਾ ਸੀਗਾ, ਉਹ ਫ੍ਰੀ ਸੇਵਾਵਾਂ ਲਈ ਵਰਤਿਆ ਗਿਆ। ਜਿਹੜਾ ਟਰਾਂਸਪੋਰਟ ਮਾਫੀਆ ਦੇ ਗੁੰਡੇ ਨੇ ਉਹ ਬੱਸ ਸਟੈਂਡ ਦੇ ਗੇਟ ਤੇ, ਕੋਈ ਕਾਨੂੰਨ ਨਹੀਂ ਹੈਗਾ ਵੀ ਬੱਸ ਸਟੈਂਡ ਦੇ ਗੇਟ ਤੇ ਬਾਹਰ ਕੋਈ ਅੱਡਾ ਬਣ ਜੇ 500 ਮੀਟਰ ਤੱਕ, ਪਰ ਉਹ ਬੱਸ ਸਟੈਂਡ ਦੇ ਗੇਟ ਤੇ ਆਪਣੇ ਕਾਊਂਟਰ ਲਾ ਕੇ ਤੇ ਬੱਸ ਸਟੈਂਡ ਦੇ ਵਿੱਚ ਗੁੰਡਾਗਰਦੀ ਕਰਦੇ ਆ। ਪਿਛਲੇ ਸਮੇਂ ਵੀ ਜਦੋਂ ਕੈਪਟਨ ਸਰਕਾਰ ਸੱਤਾ 'ਚ ਆਈ ਸੀ, ਉਹਨੇ ਵਾਅਦੇ ਕੀਤੇ ਸੀ ਵੀ ਆਉਂਦਿਆਂ ਟਰਾਂਸਪੋਰਟ ਮਾਫੀਆ ਨੂੰ ਨੱਥ ਪਾ ਦਾਂਗੇ। ਸੋ ਪਹਿਲੇ ਸਾਲ 'ਚ ਉਹਨਾਂ ਨੇ ਟਰਾਂਸਪੋਰਟ ਦਾ ਇੱਕ ਰੂਲ ਬਣਾ ਦਿੱਤਾ ਸੀਗਾ ਕਿ ਬਰਾਬਰ ਟਾਈਮ ਦਿੱਤਾ ਜਾਊਗਾ, ਪਰ ਅੱਜ ਰੋਡਵੇਜ਼ ਕੋ PRTC ਕੋ 3 ਮਿੰਟ ਤੇ ਜਿਹੜੀਆਂ ਹੋਰ ਟਰਾਂਸਪੋਰਟ ਮਾਫੀਆ ਚੱਲਦਾ ਉਹਨਾਂ ਕੋਲ 7-7 ਮਿੰਟ ਬੱਸ ਸਟੈਂਡ ਦੇ ਵਿੱਚੋਂ ਵੀ ਹੈਗੇ ਆ, ਜਿਹੜਾ ਅੱਜ 4 ਸਾਲਾਂ ਦੇ ਵਿੱਚ ਉਹ ਨਹੀਂ ਬਣਿਆ। ਕਿ ਉਹ ਟਰਾਂਸਪੋਰਟ ਮਾਫੀਆ ਬੰਦ ਕਰਕੇ ਜਿਹੜੀਆਂ ਸਰਕਾਰ ਦੀਆਂ ਪੰਜਾਬ ਰੋਡੇ ਪਨਬਸ ਦੇ PRTC ਦੀਆਂ ਬੱਸਾਂ ਨੇ ਉਹਨਾਂ ਨੂੰ ਚਲਾਇਆ ਜਾਵੇ ਤੇ ਜਿਹੜੇ ਯਾਤਰੀ ਆ ਉਹਨਾਂ ਨੂੰ ਉਹਦੇ 'ਚ ਸਫ਼ਰ ਕਰਾ ਕੇ ਜਿਹੜਾ ਪੰਜਾਬ ਸਰਕਾਰ ਦਾ ਖਜ਼ਾਨਾ ਵਾ ਉਹ ਭਰਿਆ ਜਾਵੇ ਤੇ ਜਿਹੜੀ ਲੋਕਾਂ ਨੂੰ ਸਹੂਲਤ ਆਉਣ ਵਾਲੇ ਸਮੇਂ 'ਚ ਦਿੱਤੀ ਜਾਵੇ, ਤਾਂ ਕਿ ਕੋਈ ਐਮਰਜੈਂਸੀ ਅੱਗੇ ਵੀ ਆਉਂਦੀ ਆ ਤੇ ਤਾਂ ਸਰਕਾਰ ਦੀਆਂ ਬੱਸਾਂ ਨੂੰ ਇਸ ਕੁਦਰਤੀ ਆਫਤ ਦੇ ਵਿੱਚ ਵਰਤਿਆ ਜਾ ਸਕਦਾ। ਜੇਕਰ ਅੱਜ ਮਹਿਕਮਿਆਂ ਨੂੰ ਬਚਾਵਾਂਗੇ ਤੇ ਜਿਨ੍ਹਾਂ ਦਾ ਇਸ ਕਰਕੇ ਅੱਜ DC ਦਫ਼ਤਰ ਧਰਨਾ ਦੇਣਾ ਆ, ਆਉਣ ਵਾਲੀ 23 ਤਰੀਕ ਨੂੰ ਨਵੰਬਰ ਨੂੰ ਅਸੀਂ ਲੁਧਿਆਣੇ ਦਾ ਬੱਸ ਸਟੈਂਡ ਬੰਦ ਕਰਕੇ ਤੇ ਉੱਥੇ ਰੋਡਵੇਜ਼ ਜਿਹੜੇ ਭ੍ਰਿਸ਼ਟ ਅਧਿਕਾਰੀ ਨੇ ਟਰਾਂਸਪੋਰਟ ਦੇ ਉਹਨਾਂ ਦੇ ਵਿਰੁੱਧ ਰੋਸ ਮੁਜ਼ਾਹਰਾ ਕਰਾਂਗੇ ਤੇ 2 ਤਰੀਕ ਨੂੰ ਟਰਾਂਸਪੋਰਟ ਦੇ ਜਿਹੜੇ ਭ੍ਰਿਸ਼ਟ ਅਧਿਕਾਰੀ ਉਹਨਾਂ ਦਾ ਪੁਤਲਾ ਫੂਕਾਂਗੇ ਭਾਰਤ ਨਗਰ ਚੌਂਕ ਜਾਮ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ।
ਬਿਹਾਰ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ 'ਚ ਵੱਡਾ ਫੇਰਬਦਲ। ਨਿਤੀਸ਼ ਕੁਮਾਰ ਦੀ ਮਜ਼ਬੂਤੀ ਨਾਲ ਹੋ ਸਕਦੀ ਹੈ ਵਾਪਸੀ। ਮਹਾਗਠਜੋੜ ਤੇ ਐਨਡੀਏ 'ਚ ਕਰੜੀ ਟੱਕਰ। ਕੈਪਟਨ ਨੇ ਠੁਕਰਾਈ ਕੇਂਦਰ ਦੀ ਸ਼ਰਤ। ਕੈਪਟਨ ਮੁਤਾਬਕ ਮਾਲ ਗੱਡੀਆਂ ਦੇ ਨਾਲ ਯਾਤਰੀ ਟ੍ਰੇਨਾਂ ਚਲਾਉਣ ਦਾ ਬਹਾਨਾ ਤਰਕਹੀਣ। ਕੈਪਟਨ ਨੇ ਭਾਜਪਾ ਤੇ ਲਗਾਏ ਮਸਲੇ ਨੂੰ ਉਲਝਾਉਣ ਦੇ ਆਰੋਪ। ਯਾਤਰੀ ਟ੍ਰੇਨਾਂ ਨੂੰ ਰਸਤਾ ਦੇਣ ਲਈ ਤਿਆਰ ਨਹੀਂ ਕਿਸਾਨ ਜਥੇਬੰਦੀਆਂ। ਕੇਂਦਰ ਦੇ ਗੱਲਬਾਤ ਦੇ ਸੱਦੇ ਤੇ ਦਿੱਲੀ ਜਾਣ ਉੱਤੇ ਵੀ ਰੱਖੀ ਸ਼ਰਤ। ਕਿਸਾਨਾਂ ਮੁਤਾਬਕ ਖੇਤੀ ਕਾਨੂੰਨ ਵਾਪਸ ਕਰਨ ਦਾ ਭਰੋਸਾ ਮਿਲਣ ਉੱਤੇ ਹੀ ਗੱਲਬਾਤ ਦਾ ਹੋ ਸਕਦਾ ਹੈ ਫਾਇਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਬਾਦਲ ਧੜੇ ਨੂੰ ਮਿਲੇਗੀ ਤਗੜੀ ਚੁਣੌਤੀ। ਢੀਂਡਸਾ ਤੇ ਬ੍ਰਹਮਪੁਰਾ ਨੇ ਇਕੱਠੇ ਚੋਣ ਲੜਨ ਲਈ ਮਿਲਾਇਆ ਹੱਥ। ਬਾਦਲਾਂ ਨੂੰ ਕਮੇਟੀ ਤੋਂ ਬਾਹਰ ਕੱਢਣ ਦੀ ਜਤਾਈ ਉਮੀਦ। ਅਤੇ ਕਰੋਨਾ ਸੰਕਟ ਦੌਰਾਨ ਸਿੱਖਾਂ ਵੱਲੋਂ ਕੀਤੀ ਮਨੁੱਖਤਾ ਦੀ ਸੇਵਾ ਲਈ ਆਸਟ੍ਰੇਲੀਆ ਨੇ ਕੀਤੀ ਪ੍ਰਸ਼ੰਸਾ। ਭਾਰਤ 'ਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਬੈਰੀਓ ਫੈਰਲ ਨੇ ਕਿਹਾ, ਸਿੱਖਾਂ ਵੱਲੋਂ ਕੀਤੀ ਗਈ ਸੇਵਾ ਦੀ ਜਿੰਨੀ ਵਡਿਆਈ ਕੀਤੀ ਜਾਵੇ ਥੋੜ੍ਹੀ ਏ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।